ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਲੇਜ਼ਰ ਸਰਵੇ ਦੇ ਵਿੱਚ ਅੱਧੇ ਤੋਂ ਜ਼ਿਆਦਾ ਕੈਨੇਡੀਅਨ ਹਵਾਈ ਅੱਡੇ ਦੇ ਮੁੱਦਿਆਂ ਬਾਰੇ ਚਿੰਤਤ, 53% ਲੋਕਾਂ ਦੀਆਂ ਉਡਾਨਾਂ ਰੱਦ। ਕੈਨੇਡਾ 'ਚ ਬੈਠੇ ਕੱਚੇ ਲੋਕ ਕਦੋਂ ਹੋਣਗੇ ਪੱਕੇ? ਸਕੋਰਾਂ ਦਾ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ? ਹੋਰ ਰਿਫਿਊਜੀਆਂ ਨੂੰ ਲਿਆਉਣ ਦੇ ਲਈ ਇਮੀਗ੍ਰੇਸ਼ਨ ਦੀ ਕੀ ਤਿਆਰੀ? ਕੈਨੇਡਾ ਭਰ ਦੇ ਐਮਰਜੈਂਸੀ ਰੂਮ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਨੇ ਪ੍ਰੀਮੀਅਰਾਂ ਮੂਹਰੇ ਰੱਖੀ ਮੰਗ। ਹਸਪਤਾਲ ਤੇ ਕਲੀਨਿਕਾਂ ਨੂੰ ਸਟਾਫ ਦੀ ਘਾਟ ਕਾਰਨ ਖੱਜਲ ਹੋਣ ਤੋਂ ਰੋਕਣ ਲਈ ਲਿਆਓ ਯੋਜਨਾ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਅੱਧੇ ਤੋਂ ਜ਼ਿਆਦਾ ਲੋਕ ਹਵਾਈ ਅੱਡਿਆਂ ਤੇ ਆ ਰਹੀ ਪਰੇਸ਼ਾਨੀ ਕਾਰਨ ਚਿੰਤਤ ਨੇ, ਜਿਸ ਦੇ ਉੱਤੇ ਸਰਵੇ ਹੋਏ ਤਾਂ ਸਰਵੇ ਦੇ ਵਿੱਚ ਯਾਤਰਾ ਸਥਿਰਤਾ ਬਾਰੇ ਕਈਆਂ ਨੇ ਆਪਣੀ ਚਿੰਤਾ ਜਤਾਈ ਹੈ। ਇੰਨਾ ਹੀ ਨਹੀਂ, 53% ਜਵਾਬ ਦੇ ਵਾਲੇ ਲੋਕ ਫਲਾਈਟਾਂ ਰੱਦ ਹੋਣ ਤੋਂ ਪਰੇਸ਼ਾਨ ਦਿਖੇ, ਜਿਨ੍ਹਾਂ ਨੇ ਗਰਮੀਆਂ ਦੇ ਵਿੱਚ ਆਪਣੀ ਯਾਤਰਾ ਬਣਾਈ ਹੋਈ ਸੀ। ਤੇ 18% ਨੇ ਕਿਹਾ ਕਿ ਯਾਤਰਾ ਦੀਆਂ ਸਮੱਸਿਆਵਾਂ ਉਹਨਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ ਨੂੰ ਮਹੱਤਵਪੂਰਨ ਤਰੀਕੇ ਨਾਲ ਬਦਲਣ ਜਾ ਰਹੀਆਂ ਨੇ। ਕੁਝ ਸਰਵੇ ਤੋਂ ਪਤਾ ਚੱਲਦਾ ਹੈ ਕਿ ਸਰਵੇਖਣ ਕਰਨ ਵਾਲੇ 53% ਲੋਕ ਫਲਾਈਟਾਂ ਰੱਦ ਹੋਣ ਤੇ ਦੇਰੀ ਤੇ ਲੰਬੀਆਂ ਲਾਈਨਾਂ ਬਾਰੇ ਕਾਫੀ ਚਿੰਤਾਜਨਕ ਨੇ, ਜੋ ਕਿ ਗਰਮੀਆਂ ਦੀ ਯਾਤਰਾ ਦੇ ਮੌਸਮ ਵੱਲ ਤਿਆਰੀ ਕਰ ਰਹੇ ਸਨ। ਸਮੱਸਿਆ ਕੀ ਹੈ, ਇਸ ਬਾਰੇ ਪੂਰੇ ਉੱਤਰੀ ਅਮਰੀਕਾ ਦੇ ਵਿੱਚ ਆਮ ਸਹਿਮਤੀ ਜਾਪਦੀ ਹੈ। ਜ਼ਿਆਦਾਤਰ ਕੈਨੇਡੀਅਨ ਤੇ ਅਮਰੀਕੀ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਸੋਚਦੇ ਨੇ ਕਿ ਸਟਾਫ ਦੀ ਘਾਟ ਇਸ ਦੇ ਲਈ ਜ਼ਿੰਮੇਵਾਰ ਹੈ। ਹਾਲਾਂਕਿ ਸਿਰਫ 18% ਕੈਨੇਡੀਅਨਾਂ ਨੇ ਕਿਹਾ ਹੈ ਕਿ ਯਾਤਰਾ ਦੀਆਂ ਸਮੱਸਿਆਵਾਂ ਉਹਨਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ ਨੂੰ ਮਹੱਤਵਪੂਰਨ ਰੂਪ ਦੇ ਵਿੱਚ ਬਦਲਣ ਦਾ ਕਾਰਨ ਬਣ ਰਹੀਆਂ ਨੇ। ਲੇਜ਼ਰ ਦੇ ਉਪ ਪ੍ਰਧਾਨ ਐਂਡਰਿਓ ਨੇ ਕਿਹਾ ਹੈ ਕਿ ਇਹ ਗੱਲ ਦੇਖਣ ਵਾਲੀ ਹੈ ਕਿ ਤੁਹਾਨੂੰ ਇੱਕ ਯਾਤਰਾ ਆ ਰਹੀ ਹੈ ਤਾਂ ਸ਼ਾਇਦ ਤੁਹਾਡੇ ਪਾਸਪੋਰਟ ਦੀ ਮਿਆਦ ਪੁਰਾਣੀ ਮਿਤੀ ਨੂੰ ਦੇਖਣ ਦੀ ਵੀ ਲੋੜ ਹੈ। ਪੋਲ ਅਨੁਸਾਰ 57% ਕੈਨੇਡੀਅਨ ਇਸ ਗਰਮੀਆਂ ਦੇ ਵਿੱਚ ਆਪਣੇ ਸੂਬੇ 'ਚ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਤੇ 28% ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਨੇ। ਕੌਮਾਂਤਰੀ ਯਾਤਰਾਵਾਂ ਦੇ ਲਈ 16% ਦਾ ਕਹਿਣਾ ਹੈ ਕਿ 5 ਵਿੱਚੋਂ ਇੱਕ ਜਵਾਬਕਰਤਾ ਜਿਹੜਾ ਉਹ ਵਿਦੇਸ਼ ਯਾਤਰਾਵਾਂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਉਹ ਸੰਯੁਕਤ ਰਾਜ ਦੀ ਯਾਤਰਾ ਕਰਨ ਦਾ ਇਰਾਦਾ ਰੱਖਦਾ ਹੈ। ਸਿਰਫ 3% ਜਵਾਬਕਰਤਾਵਾਂ ਨੂੰ ਕਿਸੇ ਵੀ ਹਵਾਈ ਅੱਡੇ ਦੀ ਸਮੱਸਿਆ ਬਾਰੇ ਪਤਾ ਨਹੀਂ ਸੀ ਤੇ ਸਿਰਫ 4% ਨੇ ਕਿਹਾ ਹੈ ਕਿ ਉਹਨਾਂ ਨੂੰ ਪਾਸਪੋਰਟ ਪ੍ਰਾਪਤ ਕਰਨ ਦੇ ਵਿੱਚ ਲੰਮੇ ਸਮੇਂ ਤੇ ਦੇਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਆਨਲਾਈਨ ਸਰਵੇਖਣ 8 ਤੇ 10 ਜੁਲਾਈ ਦੇ ਵਿਚਕਾਰ 1538 ਕੈਨੇਡੀਅਨਾਂ ਤੇ 1002 ਅਮਰੀਕੀਆਂ ਦੁਆਰਾ ਪੂਰਾ ਕੀਤਾ ਗਿਆ ਸੀ। ਇਸ ਗਲਤੀ ਦਾ ਇੱਕ ਅੰਤਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਨਲਾਈਨ ਪੋਲ ਅਸਲ ਵਿੱਚ ਬੇਤਰਤੀਬੇ ਨਮੂਨੇ ਨਹੀਂ ਮੰਨੇ ਜਾਂਦੇ। ਕੈਨੇਡੀਅਨ ਹਵਾਈ ਅੱਡਿਆਂ ਤੇ ਸਮੱਸਿਆਵਾਂ ਨੇ ਦੇਸ਼ ਦੇ 2 ਸਭ ਤੋਂ ਵੱਡੇ ਸ਼ਹਿਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੇ ਮੌਂਟਰੀਅਲ ਟਰੂਡੋ ਹਵਾਈ ਅੱਡੇ ਨੂੰ ਸਮੱਸਿਆਵਾਂ ਦੇ ਵੱਡੇ ਹਿੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੇ ਹੈਰਿਸ ਜੋ ਵਿਸ਼ਲੇਸ਼ਣ ਫਰਮ ਡੇਟਾ ਵਜੋਂ ਕੰਮ ਕਰਦੀ ਹੈ, ਪਿਛਲੇ ਮਹੀਨੇ ਤੋਂ ਕੈਨੇਡੀਅਨ ਹਵਾਈ ਅੱਡਿਆਂ ਤੇ ਰੱਦ ਹੋਣ ਤੇ ਦੇਰੀ ਦਾ ਪਤਾ ਲਗਾ ਰਹੀ ਹੈ। ਹੈਰਿਸ ਦੇ ਅੰਕੜੇ ਦਰਸਾਉਂਦੇ ਨੇ ਕਿ ਘਰੇਲੂ ਤੇ ਅਮਰੀਕੀ ਉਡਾਨਾਂ ਮੁੱਦਿਆਂ ਦਾ ਪ੍ਰਭਾਵ ਝੇਲ ਰਹੀਆਂ ਨੇ। ਪੀਅਰਸਨ ਵਿਖੇ 4 ਜੁਲਾਈ ਤੋਂ 10 ਜੁਲਾਈ ਦੇ ਵਿਚਕਾਰ ਅਮਰੀਕਾ ਦੇ ਲਈ 11% ਉਡਾਨਾਂ ਰੱਦ ਕੀਤੀਆਂ ਗਈਆਂ ਤੇ 46% ਦੇਰੀ ਹੋਈ। ਉਸ ਸਮੇਂ ਦੌਰਾਨ ਪੀਅਰਸਨ ਤੋਂ ਬਾਹਰ 15,000 ਤੋਂ ਵੱਧ ਘਰੇਲੂ ਉਡਾਨਾਂ ਵਿੱਚੋਂ ਅੱਧਿਆਂ 'ਚ ਦੇਰੀ ਹੋਈ। ਉਹਨਾਂ ਨੋਟ ਕੀਤਾ ਕਿ ਉਸ ਦੇ ਡੇਟਾ ਮੁਤਾਬਕ ਪਿਛਲੇ ਮਹੀਨੇ ਵਿੱਚ ਦੇਰੀ ਸਥਿਰ ਰਹੀ ਹੈ, ਪਰ ਜਦੋਂ ਇਹ ਰੱਦ ਕਰਨ ਦੀ ਗੱਲ ਆਉਂਦੀ ਹੈ ਤਾਂ ਗਿਣਤੀ ਦੇ ਵਿੱਚ ਸੁਧਾਰ ਦਿਖਾਉਂਦਾ। ਪਿਛਲੇ ਕੁਝ ਹਫ਼ਤਿਆਂ ਵਿੱਚ ਲਗਭਗ 12% ਤੋਂ ਘੱਟ ਕੇ 6% ਹੋ ਗਿਆ। ਲੈਕਚਰ ਦੇ ਪੋਲ ਦੇ ਅਨੁਸਾਰ ontario ਵਾਸੀਆਂ ਨੂੰ ਦੂਜੇ ਸੂਬਿਆਂ ਦੇ ਨਿਵਾਸੀਆਂ ਦੇ ਮੁਕਾਬਲੇ ਹਵਾਈ ਅੱਡੇ ਦੀਆਂ ਸਮੱਸਿਆਵਾਂ ਬਾਰੇ ਸਭ ਤੋਂ ਵੱਧ ਚਿੰਤਾ ਹੈ। 58% ਨੇ ਕਿਹਾ ਕਿ ਉਹ ਹਵਾਈ ਅੱਡੇ ਦੇ ਮੁੱਦਿਆਂ ਨੂੰ ਲੈ ਕੇ ਚਿੰਤਤ ਨੇ। ਏਅਰ ਕੈਨੇਡਾ ਤੇ ਵੈਸਟ ਜੈਟ ਦੋਵਾਂ ਨੇ ਐਲਾਨ ਕੀਤਾ ਹੈ ਕਿ ਉਹ ਸਟਾਫ ਦੀਆਂ ਸਮੱਸਿਆਵਾਂ ਦੇ ਨਾਲ ਨਜਿੱਠਣ ਵਿੱਚ ਸਹਾਇਤਾ ਲਈ ਇਸ ਗਰਮੀਆਂ ਵਿੱਚ ਉਡਾਨਾਂ ਵਿੱਚ ਕਟੌਤੀ ਕਰ ਰਹੇ ਨੇ। ਏਅਰ ਕੈਨੇਡਾ ਨੇ ਕਿਹਾ ਹੈ ਕਿ ਉਸਨੇ ਜੂਨ ਦੇ ਵਿੱਚ ਆਪਣੇ ਕਾਰਜਕ੍ਰਮ ਨੂੰ ਘਟਾਉਣ ਦੀ ਯੋਜਨਾ ਬਣਾਈ ਤੇ ਜੁਲਾਈ ਤੇ ਅਗਸਤ ਵਿੱਚ ਔਸਤਨ 70 ਗੇੜ ਦੀਆਂ ਯਾਤਰਾਵਾਂ ਪ੍ਰਤੀ ਦਿਨ। ਇਸ ਦੇ ਨਾਲ ਇਹ ਇੱਕ ਦਿਨ ਦੇ ਵਿੱਚ 1000 ਯਾਤਰਾਵਾਂ ਚਲਾਉਂਦੀ ਸੀ। ਮੌਂਟਰੀਅਲ ਆਧਾਰਿਤ ਮੈਗਿਲ ਯੂਨੀਵਰਸਿਟੀ ਵਿਖੇ ਕੌਮਾਂਤਰੀ ਹਵਾਬਾਜ਼ੀ ਪ੍ਰੋਗਰਾਮ ਦੇ ਕੋਆਰਡੀਨੇਟਰ ਗ੍ਰੇਰੇਕ ਨੇ ਕਿਹਾ ਹੈ ਕਿ ਪਰੇਸ਼ਾਨੀਆਂ ਫਿਲਹਾਲ ਛੁਟਕਾਰੇ ਤੋਂ ਪਰੇ ਨੇ ਤੇ ਮਹੀਨਿਆਂ ਤੱਕ ਜਾਰੀ ਰਹਿਣਗੀਆਂ। ਉਹਨਾਂ ਕਿਹਾ ਕਿ ਪ੍ਰਮੁੱਖ ਏਅਰਲਾਈਨਾਂ ਸੰਭਾਵੀ ਸਮੱਸਿਆਵਾਂ ਬਾਰੇ ਜਾਣਦੀਆਂ ਨੇ ਤੇ ਟਿਕਟਾਂ ਦੀ ਵਿਕਰੀ ਜਾਰੀ ਰੱਖਦੀਆਂ ਨੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਬਹੁਤ ਸਾਰਾ ਟ੍ਰੈਫਿਕ ਹੈ ਜੋ ਏਅਰ ਕੈਨੇਡਾ ਨੇ ਜਾਣਬੁੱਝ ਕੇ ਅਮਰੀਕਾ ਤੇ ਯੂਰਪ ਦੇ ਟ੍ਰੈਫਿਕ ਨੂੰ ਆਕਰਸ਼ਿਤ ਕਰਨ ਲਈ ਆਪਣੇ ਜਿਹੜੇ ਨੇ ਕਾਰਜਕ੍ਰਮ ਦੇ ਵਿੱਚ ਤਿਆਰ ਕੀਤਾ ਹੈ। ਉਹ ਸਟਾਫ ਦੇ ਮੁੱਦਿਆਂ ਬਾਰੇ ਜਾਣਦੇ ਨੇ ਤੇ ਅਜੇ ਵੀ ਟਿਕਟਾਂ ਵੇਚ ਰਹੇ ਨੇ। ਉਹਨਾਂ ਸਲਾਹ ਦਿੱਤੀ ਕਿ ਗਰਮੀਆਂ ਦੇ ਅੰਤ ਤੋਂ ਪਹਿਲਾਂ ਯਾਤਰਾ ਕਰਨ ਵਾਲੇ ਕਿਸੇ ਵੀ ਕੈਨੇਡੀਅਨ ਨੂੰ ਆਪਣੇ ਸਬਰ ਨੂੰ ਬੰਨ੍ਹ ਕੇ ਰਹਿਣ ਲਈ ਤਿਆਰ ਹੋਣਾ ਪਵੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ।
ਅੱਗੇ ਜੀ ਕੱਚੇ ਹੋਣਗੇ ਕਦੋਂ ਪੱਕੇ, ਇਸ ਸਵਾਲ ਦਾ ਜਵਾਬ ਇਸ ਵੇਲੇ ਬਹੁਤ ਸਾਰੇ ਲੋਕ ਲੱਭ ਰਹੇ ਨੇ। ਖਾਸ ਕਰਕੇ ਜਦੋਂ ਦਾ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਸੀ ਕਿ ਟੈਂਪਰੇਰੀ ਵਰਕਰ ਜਿਹੜੇ ਨੇ ਉਹ ਜਲਦੀ ਪੱਕੇ ਹੋਣਗੇ, ਤਾਂ IRCC ਦੇ ਵੱਲੋਂ ਮੈਂਡੇਟ ਲੈਟਰ ਕਮਿਟਮੈਂਟ ਦਾ ਐਲਾਨ ਕੀਤਾ ਗਿਆ। ਪਰ ਹੁਣ ਸਵਾਲ ਇਹ ਹੈ ਕਿ ਸਕੋਰ ਕਿੰਨੇ ਹਾਈ ਜਾਣਗੇ। ਨਾਲ ਹੀ ਵਿਜ਼ਟਰ ਵੀਜ਼ਾ ਦੇ ਨਾਲ ਜਿਹੜੇ 3 ਰਿਫਿਊਜ਼ਲਾਂ ਤੋਂ ਡਰਦੇ ਨੇ, ਕੀ ਉਹਨਾਂ ਨੂੰ ਡਰਨਾ ਚਾਹੀਦਾ ਹੈ? ਇਸ ਲਈ ਗੱਲਬਾਤ ਕੀਤੀ ਇਮੀਗ੍ਰੇਸ਼ਨ ਕੰਸਲਟੈਂਟ ਨੀਰਾ ਅਗਨੀਹੋਤਰੀ ਦੇ ਨਾਲ। ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਇਸ ਵੇਲੇ ਕੀ ਅਪਡੇਟ ਚੱਲ ਰਿਹਾ ਹੈ, ਕੱਚੇ ਕਦੋਂ ਹੋਣਗੇ ਪੱਕੇ, ਇਸ ਦੇ ਉੱਤੇ ਗੱਲਬਾਤ ਕਰਦੇ ਹਾਂ। ਨੀਰਾ ਅਗਨੀਹੋਤਰੀ ਜੀ ਇਮੀਗ੍ਰੇਸ਼ਨ ਕੰਸਲਟੈਂਟ ਨੇ, ਸਾਡੇ ਨਾਲ ਜੁੜੇ ਹੋਏ ਨੇ। ਨੀਰਾ ਜੀ, ਇਸ ਵੇਲੇ ਰਿਪੋਰਟ ਮਿਲ ਰਹੀ ਸੀ ਕਿ ਜਿਹੜੀ ਅਪਡੇਟ ਮਿਲ ਰਹੀ ਸੀ ਉਹਦੇ ਮੁਤਾਬਕ ਇਹ ਸੀ ਕਿ ਕੱਚੇ ਜਲਦੀ ਪੱਕੇ ਹੋਣ ਵਾਲੇ ਨੇ ਤੇ ਕਾਗਜ਼ੀ ਕਾਰਵਾਈ ਜਿਹੜੀ ਆ ਉਹਨਾਂ ਦੀ ਉਹ ਸ਼ੁਰੂ ਕਰ ਦਿੱਤੀ ਗਈ ਹੈ। ਪਰ ਬਹੁਤ ਸਾਰੀਆਂ ਚੀਜ਼ਾਂ ਦੀ ਕਨਫਿਊਜ਼ਨ ਚੱਲ ਰਹੀ ਹੈ ਕਿ ਹਜੇ ਵੀ ਲੰਬੀ ਵੇਟ ਹੈ। ਇਹ ਜ਼ਰੂਰ ਕਿਹਾ ਜਾ ਰਿਹਾ ਸੀ ਵੀ ਕੋਵਿਡ ਤੋਂ ਪਹਿਲਾਂ ਜਿੰਨਾ ਪ੍ਰੋਸੈਸ ਲੱਗਦਾ ਸੀ, ਜਿੰਨਾ ਸਮਾਂ ਲੱਗਦਾ ਸੀ, ਓਨਾ ਹੀ ਲੱਗੇਗਾ, ਇਸ ਤੋਂ ਘੱਟ ਵੱਧ ਨਹੀਂ। ਸੋ ਇਸ ਸਮੇਂ ਦਾ ਥੋੜਾ ਜਿਹਾ ਦੱਸੋਗੇ ਵੀ ਕੀ ਖੇਡ ਹੈ ਸਮੇਂ ਦੀ? ਇਸ ਟਾਈਮ ਦੇ ਵਿੱਚ ਜੋ ਵੀ ਹੋ ਰਿਹਾ ਹੈਗਾ, ਜੋ ਇਮੀਗ੍ਰੇਸ਼ਨ ਦੀ ਪ੍ਰੋਸੈਸਿੰਗ ਟਾਈਮ ਆ, ਉਹ ਟਾਈਮ ਲੈ ਰਿਹਾ। ਪਰ ਜੋ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈਗੀ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਪ੍ਰੋਸੈਸਿੰਗ ਬੈਕਲੌਗ ਨੂੰ ਠੀਕ ਕਰਨਾ, ਉਹ ਕੰਮ ਕਰ ਰਹੇ ਉਸ 'ਤੇ। ਉਹਨਾਂ ਦੀ ਵੀ ਜਿਹੜੀ ਸਟਾਫਿੰਗ ਵਗੈਰਾ ਹੈਗੀ ਹੈ, ਜੋ ਵੀ ਉਹਨਾਂ ਦੇ ਇਸ਼ੂਜ਼ ਹੈਗੇ ਆ, ਬੈਕਲੌਗ ਹੈਗੇ ਆ, 10 ਮਿਲੀਅਨ ਫਾਈਲਸ ਕਲੀਅਰ ਕਰਨੀ ਇਜ਼ ਵੈਰੀ ਡਿਫਿਕਲਟ। ਪਰ ਜੋ ਉਹਨਾਂ ਦਾ ਟਾਰਗੇਟ ਹੈਗਾ ਵੀ 1 ਸਾਲ ਦੇ ਵਿੱਚ ਇਹਨਾਂ ਨੂੰ ਕਲੀਅਰ ਕਰਕੇ ਜੋ ਆਪਣੀ ਨੋਰਮਲ ਪ੍ਰੋਸੈਸਿੰਗ ਟਾਈਮ ਆ ਉੱਥੇ ਗੱਲ ਚੱਲ ਜਾਵੇ ਦੁਬਾਰਾ। ਐਂਡ ਇਹ ਹੋਇਆ ਹੈਗਾ ਪਹਿਲਾਂ ਵੀ ਆਪਾਂ ਇਹੋ ਜਿਹੀ ਸਿਸਟਮਸ ਆ ਗਏ ਹੈਗੇ ਆ ਜਿੱਥੇ ਸਭ ਕੁਛ ਹੀ ਸਟਾਪ ਸੀਗਾ, ਬਟ ਦੇ ਹੈਵ ਕਲੀਅਰਡ ਇਟ ਅਪ। ਸੋ ਇੰਨੇ ਕ੍ਰਾਈਸਿਸ ਹੋਏ ਆ ਇਹ 2 ਸਾਲਾਂ ਦੇ ਵਿੱਚ। ਸਲੋਲੀ ਆਈ ਐਮ ਹੋਪਿੰਗ ਸਾਲ ਦੇ ਵਿੱਚ ਥਿੰਗਸ ਹੈਵ ਟੂ ਗੋ ਨੋਰਮਲ। ਇਹ ਹੋਣੀਆਂ ਚਾਹੀਦੀਆਂ। ਹਾਂਜੀ, ਇੱਕ ਪੁਆਇੰਟਸ ਦਾ ਕਿਹਾ ਜਾ ਰਿਹਾ ਸੀ ਕਿ ਪੁਆਇੰਟਸ ਜਿਹੜੇ ਨੇ ਉਹ ਬਹੁਤ ਹਾਈ ਚੁੱਕੇ ਜਾਣੇ ਨੇ, ਕਿ ਵਾਕਈ ਇੱਦਾਂ ਹੈ? ਪੁਆਇੰਟਸ ਹਾਈ ਚੁੱਕੇ, ਹੁਣ ਜਿਹੜੇ ਪੁਆਇੰਟਸ ਆਏ ਆ ਸਭ ਤੋਂ ਹਾਈ ਹੈਗੇ। ਇਸ ਤੋਂ ਹਾਈ ਜਾਣਾ ਇਜ਼ ਵੈਰੀ ਡਿਫਿਕਲਟ ਕਿਉਂਕਿ ਮਾਸਟਰਸ ਡਿਗਰੀ ਹੋ ਗਏ, PhD ਵਾਲੇ ਹੋ ਗਏ, ਐਕਸਪੀਰੀਅੰਸ ਇੰਗਲਿਸ਼ ਜਿਨ੍ਹਾਂ ਦਾ ਹਾਈਐਸਟ ਲੈਵਲ ਆ ਉਹ ਚੁੱਕੇ ਗਏ ਆ। ਹੁਣ ਜਿਹੜੇ ਪੂਲ ਦੇ ਵਿੱਚ ਪੁਆਇੰਟਸ ਆ, ਉਹ ਜੋ ਮੇਰੀ ਸੋਚ ਆ ਔਰ ਜੋ ਐਕਸਪੀਰੀਅੰਸ ਦੱਸ ਰਿਹਾ ਹੈਗਾ, ਜੋ ਪਾਸਟ ਚੀਜ਼ਾਂ ਦੱਸ ਰਹੀਆਂ, ਇਹ ਪੁਆਇੰਟਸ ਨੀਚੇ ਹੀ ਆਏਗੇ। ਕਿੰਨੇ ਨੀਚੇ ਆਏਗੇ ਇਹ ਪਤਾ ਨਹੀਂ ਹੈਗਾ, ਪਰ 557 ਤੋਂ ਇੱਕ ਵਾਰੀ ਮੇ ਬੀ ਜੇ ਉੱਪਰ ਚੱਲ ਜਾਣ, ਪਰ ਹਮੇਸ਼ਾ ਇਹ ਨਹੀਂ ਹੋ ਸਕਦਾ। ਪਰ ਜਿਹੜੀ ਐਕਸਪ੍ਰੈਸ ਐਂਟਰੀ ਦੇ ਵਿੱਚ ਇਹਨਾਂ ਨੇ ਅਨਾਊਂਸਮੈਂਟ ਕੀਤੀ ਆ, ਇਹਨਾਂ ਨੇ ਕੰਟਰੋਲ ਦੇ ਵਿੱਚ ਰੱਖ ਲਿਆ ਹੈਗਾ ਵੀ ਕਿਹੜੀ ਆਕੂਪੇਸ਼ਨਸ ਨੂੰ ਇਨਵੀਟੇਸ਼ਨ ਆਏਗੀ। ਜਿਵੇਂ PNP ਨੇ ਰਾਈਟ ਨਾਓ ਕੀਤਾ, ਸੋ ਪ੍ਰਾਇਓਰਿਟੀ ਆਕੂਪੇਸ਼ਨਸ ਨੂੰ ਇਨਵੀਟੇਸ਼ਨ ਦੇਣਗੇ। ਸੋ ਜੇ ਤੁਹਾਡੇ ਕੋਲ 400 ਪੁਆਇੰਟ ਹੈ, ਉਹਦੇ ਵਿੱਚ 20,000 ਬੰਦੇ 400 ਪੁਆਇੰਟ ਵਾਲੇ, ਉਹ 20,000 ਦੇ ਵਿੱਚੋਂ ਜਿਹੜੇ ਵੀ ਆਕੂਪੇਸ਼ਨਸ ਉਹਨਾਂ ਨੂੰ ਪਸੰਦ ਆ, ਭਾਵੇਂ 5,000 ਆਕੂਪੇਸ਼ਨਸ ਆ, ਉਹ 15 ਨੂੰ ਨਹੀਂ ਮਿਲੇਗੀ ਇਨਵੀਟੇਸ਼ਨ, ਉਹ ਇਕੱਲੇ 5 ਨੂੰ ਮਿਲੇਗੀ। ਸੋ ਇਹ ਸਿਸਟਮ ਪੂਰੀ ਚੇਂਜ ਹੋਣ ਲੱਗਾ ਪ੍ਰੋਗਰਾਮ। ਸੋ ਇੰਸਟੈਡ ਆਫ ਗੈਟਿੰਗ ਈਜ਼ੀਅਰ, ਥੋੜ੍ਹਾ ਜਿਹਾ ਇਹ ਵੀ ਹੋਰ ਡਿਫਿਕਲਟ ਹੋਣ ਜਾ ਰਿਹਾ। 6 ਜੁਲਾਈ ਨੂੰ ਬਹੁਤ ਸਾਰੇ ਡਰਾਅ ਜਿਹੜੇ ਨੇ ਚੁੱਕੇ ਗਏ ਨੇ ਫੈਡਰਲ ਲੈਵਲ ਦੇ ਉੱਤੇ। ਸੋ ਉਹ ਡਰਾਅ ਬਾਰੇ ਕੀ ਜਾਣਕਾਰੀ ਹੈ ਔਰ ਹੁਣ ਕਿੰਨੀ ਦੇਰ ਬਾਅਦ ਉਹ ਡਰਾਅ ਫਿਰ ਨਿਕਲਣਗੇ? ਯੂਜੂਅਲੀ ਜਿਹੜੀ ਡਰਾਅ ਹੁੰਦੀ ਹੈ ਐਵਰੀ 2 ਵੀਕਸ ਹੁੰਦੀ। ਜਦੋਂ ਨੋਰਮਲ ਸਭ ਕੁਝ ਚੱਲ ਰਿਹਾ ਸੀਗਾ, ਬਾਈ ਵੀਕਲੀ ਡਰਾਅ ਹੁੰਦੀ ਸੀ। ਸੋ ਇਹ ਡਰਾਅ ਚੁੱਕੀ ਜਾਏਗੀ ਆਈ ਥਿੰਕ ਦ ਨੈਕਸਟ 2 ਵੀਕਸ। ਵੈਦਰ ਉਹ PNP ਵਾਲਿਆਂ ਨੂੰ ਚੁੱਕਣਗੇ ਜਾਂ ਰੈਗੂਲਰ ਕੱਢਣਗੇ, ਕੁਝ ਪਤਾ ਨਹੀਂ ਹੈਗਾ, ਪਰ ਯੂਜੂਅਲੀ 2 ਹਫ਼ਤੇ ਬਾਅਦ ਚੁੱਕੀ ਜਾਂਦੀ ਹੈ। ਜੀ, ਰਿਫਿਊਜੀ ਕੇਸਿਸ ਨੂੰ ਲੈ ਕੇ ਰਫਤਾਰ ਜਿਹੜੀ ਹੈ ਕਹਿੰਦੇ ਹੋਰ ਸਪੀਡ ਵਧਾਈ ਜਾਏਗੀ। ਬਹੁਤ ਸਾਰੇ ਰਿਫਿਊਜੀ ਆ ਚੁੱਕੇ ਨੇ, ਬਹੁਤ ਸਾਰੇ ਹਜੇ ਲਿਆਣੇ ਨੇ, ਸਪੈਸ਼ਲੀ ਅਫਗਾਨੀ ਰਿਫਿਊਜੀ। ਅਤੇ ਹੁਣ ਤਾਂ ਜਦੋਂ ਯੂਕਰੇਨ ਵਾਲਾ ਮਸਲਾ ਹੋ ਗਿਆ, ਰੂਸ ਵਾਲਾ ਹੋ ਗਿਆ, ਉਦੋਂ ਵੀ ਬਹੁਤ ਸਾਰੇ ਰਿਫਿਊਜੀਆਂ ਦਾ ਇੱਥੇ ਆਉਣਾ ਲੱਗਿਆ ਹੋਇਆ ਹੈ। ਬਹੁਤ ਸਾਰੇ ਰਿਫਿਊਜੀ ਹਜੇ ਇੱਥੇ ਵੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ, ਉਹਨਾਂ ਨੂੰ ਬਾਹਰ ਨਿਕਲਣ ਦੀ ਪਰਮਿਸ਼ਨ ਨਹੀਂ ਹੈ, ਸੈਟਲਮੈਂਟ ਨਹੀਂ ਉਹਨਾਂ ਦੀ ਹੋ ਸਕੀ ਹੈਗੀ, ਉਹਨਾਂ ਦੇ ਬੱਚੇ ਸਕੂਲਾਂ 'ਚ ਨਹੀਂ ਜਾ ਪਾ ਰਹੇ, ਕਾਲਜਸ 'ਚ ਨਹੀਂ ਜਾ ਪਾ ਰਹੇ। ਸੋ ਉਹ ਹਜੇ ਸਟਕ ਨੇ ਅਤੇ ਹੋਰ ਲਿਆ ਕੇ ਬੋਝ ਪਾਉਣਾ, ਕਿਉਂਕਿ ਜਦੋਂ ਦੇਖਿਆ ਜਾਵੇ ਜਿੰਨੀ ਇਕੋਨਮੀ ਦਾ ਹੇਰ ਫੇਰ ਜਿੰਨਾ ਹੋਇਆ ਪਿਆ, ਮਹਿੰਗਾਈ ਇੰਨੀ ਜ਼ਿਆਦਾ ਵਧੀ ਪਈ ਹੈ, ਇੱਕ ਉਹ ਬੋਝ ਵੀ ਹੈਗਾ। ਲੱਗਦਾ ਵੀ ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਜਿਹੜਾ ਮਹਿੰਗਾਈ ਜਿਹੜਾ ਇਸ ਟਾਈਮ ਚੱਲ ਰਿਹਾ, ਬਹੁਤ ਸਾਰਾ ਕ੍ਰਾਈਸਿਸ ਇਸ ਵੇਲੇ ਬਣਿਆ ਹੋਇਆ, ਉਹ ਵੀ ਕਿਤੇ ਨਾ ਕਿਤੇ ਬਹੁਤ ਸਾਰਾ ਬੋਝ ਪਾ ਰਿਹਾ ਇਮੀਗ੍ਰੇਸ਼ਨ ਮਾਮਲਿਆਂ 'ਤੇ। ਇਹ ਡੈਫੀਨੇਟਲੀ ਬਰਡਨ ਪਾਏਗਾ। ਓਕੇ, ਹੁਣ ਜਦੋਂ ਆਪਾਂ ਰੈਫਿਊਜੀਜ਼ ਨੂੰ ਲੈ ਕੇ ਆਉਂਦੇ ਹਾਂ, ਆਪਾਂ ਉਹਨਾਂ ਨੂੰ ਹਾਊਸਿੰਗ, ਉਹਨਾਂ ਦਾ ਫੂਡ, ਸ਼ੈਲਟਰ, ਉਹਨਾਂ ਦੇ ਆਈਪੈਡਸ ਤੱਕ ਹੋ ਗਿਆ, ਬੱਚਿਆਂ ਦੇ ਸਕੂਲ, ਸੋ ਇਹ ਗੱਲਾਂ ਹੈਗੀਆਂ ਉਹ ਪ੍ਰੋਵਾਈਡਡ ਆ। ਅਗਰ ਤੁਹਾਡੇ ਸਪਾਂਸਰਸ ਨਹੀਂ ਪ੍ਰੋਵਾਈਡ ਕਰ ਰਹੇ, ਗਵਰਨਮੈਂਟ ਇਜ਼ ਪ੍ਰੋਵਾਈਡਿੰਗ। ਓਕੇ, ਡਿਪੈਂਡੈਂਟ ਔਨ ਦੈਟ। ਪਰ ਜੋ ਬੋਝ ਪੈ ਰਿਹਾ ਆਪਣੀ ਇਕੋਨਮੀ 'ਤੇ ਪੈ ਰਿਹਾ ਅਤੇ ਆਪਣੇ ਬੰਦੇ 'ਤੇ ਪੈ ਰਿਹਾ ਹੈਗਾ, ਕਿਉਂਕਿ ਜੋ ਆਪਾਂ ਇੱਥੇ ਆਮ ਵੀ ਰਹਿ ਰਹੇ ਹਾਂ, ਆਪਣੇ ਕੋਲੇ ਕਈਆਂ ਕੋਲੇ ਖਾਣ ਨੂੰ, ਬਾਹਰ ਜਾਣ ਨੂੰ ਕੁਝ ਵੀ ਨਹੀਂ ਹੈਗਾ, ਪਰ ਆਪਾਂ ਇੱਥੇ ਹੋਰ ਰੈਫਿਊਜੀਜ਼ ਨੂੰ ਲੈ ਕੇ ਆ ਕੇ ਸਿਸਟਮ ਦੇ ਉੱਤੇ ਬੋਝ ਪੈ ਰਿਹਾ। ਮੈਡੀਕਲ ਸਿਸਟਮ ਹੋ ਗਈ, ਆਪਣੀ ਸਿਸਟਮ ਹੋ ਗਈ, ਆਪਾਂ ਆਪਣੇ ਲੋਕਾਂ ਨੂੰ ਪਿੱਛੇ ਕਰ ਰਹੇ ਹਾਂ। ਬਟ ਇਹ ਵੀ ਕੱਲ੍ਹ ਕਹਿ ਕੇ ਇਹ ਵੀ ਮੈਂ ਕਹਿ ਸਕਦੀ, ਕੈਨੇਡਾ ਇਜ਼ ਹਿਊਮੈਨਿਟੇਰੀਅਨ ਕੰਟਰੀ। ਆਪਾਂ ਹਮੇਸ਼ਾ ਜਿੱਥੇ ਵੀ ਜ਼ਰੂਰਤ ਪਈ ਹੈ ਸਾਥ ਦਿੱਤਾ ਹੈਗਾ, ਐਂਡ ਹਮੇਸ਼ਾ ਦੇਂਗੇ। ਸੋ
ਇਹਦੇ ਵਿੱਚ ਇਹ ਹੈਗਾ ਜਿਹੜਾ ਐਕਚੁਅਲ ਰੈਫਿਊਜੀ ਜੇ ਆ ਜਾਵੇ ਦੈਟ ਇਜ਼ ਗ੍ਰੇਟ। ਹੁਣ ਜਿਹੜੇ ਆ ਰਹੇ ਆ ਇਹ ਨਹੀਂ ਪਤਾ ਹੈਗਾ ਐਕਚੁਅਲ ਰੈਫਿਊਜੀਜ਼ ਆ ਰਹੇ ਆ ਜਾਂ ਜਿਨ੍ਹਾਂ ਕੋਲੇ ਪੈਸਾ ਹੈਗਾ ਉਹ ਆ ਰਹੇ ਆ ਜਾਂ ਜਿਨ੍ਹਾਂ ਕੋਲੇ ਫੈਮਿਲੀ ਮੈਂਬਰਸ, ਪਰ ਬੋਰਡ 'ਚ ਡੈਫੀਨਿਟਲੀ ਪੈ ਰਿਹਾ ਹੈਗਾ ਅਤੇ ਰੈਫਿਊਜੀਜ਼ ਲਈ ਵੀ ਹਾਰਡਰ ਆ। ਪਰ ਰੈਫਿਊਜੀਜ਼ ਕੋਲੇ ਬਹੁਤ ਰਿਸੋਰਸਿਸ ਦਿੱਤੀਆਂ ਗਈਆਂ। ਓਕੇ, ਸੋ ਉਹਨਾਂ ਦੇ ਪਿਕਸ ਵਗੈਰਾ ਵਰਗੇ ਕੋਲੋਂ ਇੰਗਲਿਸ਼ ਟੀਚਿੰਗ ਕਲਾਸਿਸ ਹੋ ਗਈਆਂ, ਬੱਚਿਆਂ ਦੀ ਕਮਿਊਨਿਟੀ ਥਿੰਗਸ ਹੋ ਗਈਆਂ, ਤੁਹਾਨੂੰ ਸਕਿੱਲ ਸਿਖਾਉਣ ਦਾ, ਤੁਹਾਡੇ ਫੂਡ, ਗੋਇੰਗ ਟੂ ਸਕੂਲ। ਸੋ ਆਈ ਡੋਂਟ ਅਗਰੀ ਕਿਉਂਕਿ ਆਈ ਥਿੰਕ ਉਹਨਾਂ ਨੂੰ ਜ਼ਿਆਦਾ ਰਿਸੋਰਸਿਸ ਦਿੱਤੀ ਜਾਂਦੀ ਆਪਣੇ ਨਾਲੋਂ। ਵਿਜ਼ਟਰ ਵੀਜ਼ਾ ਨੂੰ ਲੈ ਕੇ ਕੀ ਸਟੇਟਸ ਹੈ ਇਸ ਵੇਲੇ? ਵਿਜ਼ਟਰ ਵੀਜ਼ਾ ਬਹੁਤ ਜ਼ਿਆਦਾ ਸਪੀਡ ਦੇ ਨਾਲ ਲੱਗ ਪਾ ਰਹੇ ਨੇ? ਹਾਂਜੀ ਲੱਗ ਰਿਹਾ। ਤੁਹਾਡੀ ਪ੍ਰੋਸੈਸਿੰਗ ਜਿਹੜੀਆਂ ਪਿੱਛੇ ਫਾਈਲਾਂ ਉਸ ਤੱਕ ਆ, ਮੈਂ ਤੁਹਾਨੂੰ ਔਨੈਸਟਲੀ ਦੱਸਾਂ ਉਹ 3-3 4-4 6-6 ਮਹੀਨੇ ਤੱਕ ਹੈਗੀਆਂ। ਜਿਹੜੀਆਂ ਆਪਾਂ ਨਵੀਆਂ ਲਗਾ ਰਹੀਆਂ ਹੈਗੀਆਂ ਮਹੀਨੇ ਦੇ ਵਿੱਚ ਹਫਤੇ ਦੇ ਵਿੱਚ, ਵਿਦਿਨ 1 to 6 ਵੀਕਸ ਦੇ ਵਿੱਚ ਰਿਜ਼ਲਟਸ ਆ ਰਹੇ ਆ। ਹਾਂਜੀ, ਇੱਕ ਵਿਜ਼ਟਰ ਵੀਜ਼ਾ ਵਾਲਿਆਂ ਦੀ ਨਾ ਨੀਰਾ ਜੀ ਹਮੇਸ਼ਾ ਕਨਫਿਊਜ਼ਨ ਹੁੰਦੀ ਹੈ ਉਹਨਾਂ ਦੇ ਅੰਦਰ ਕਿ ਜੇ 3 ਵਾਰੀ ਰਿਜੈਕਸ਼ਨ ਆ ਗਈ ਹੈ ਜਾਂ 2 ਵਾਰੀ ਆ ਗਈ ਹੈ ਤਾਂ ਉਸ ਤੋਂ ਬਾਅਦ ਅਸੀਂ ਫਾਈਲ ਨਹੀਂ ਲਗਾ ਸਕਦੇ, ਸਾਡੇ ਲਈ ਰਿਸਕੀ ਹੋ ਸਕਦਾ ਹੈ। ਕੀ 3 ਰਿਫਿਊਜ਼ਲ ਤੋਂ ਬਾਅਦ ਵਿਜ਼ਟਰ ਵੀਜ਼ਾ ਵਾਲਿਆਂ ਵਾਸਤੇ ਰਿਸਕੀ ਕੰਮ ਹੋ ਜਾਂਦਾ ਹੈ? ਬਿਲਕੁਲ ਨਹੀਂ। ਤੁਸੀਂ ਜਦੋਂ ਵੀ ਚੌਥੀ ਵਾਰ ਲਗਾਉਣੀ ਹੈ ਮੇਕ ਸ਼ੋਰ ਜੋ ਪਿਛਲੇ 3 ਰਿਫਿਊਜ਼ਲ ਦੇ ਰੀਜ਼ਨਸ ਆ ਇਹ ਟਿਪ ਕਰਕੇ ਜਾਂ ਆਪਣੇ ਲੋਕਲ MP ਕੋਲ ਜਾ ਕੇ ਉਹ ਰੀਜ਼ਨਸ ਪੁੱਛੋ, ਉਹ ਰੀਜ਼ਨਸ ਨੂੰ ਐਡਰੈਸ ਕਰਕੇ ਦੁਬਾਰਾ ਫਾਈਲ ਲਾਓ। ਪਰ ਤੁਸੀਂ ਜਿੰਨੀ ਵਾਰੀ ਮਰਜ਼ੀ ਲਾ ਸਕਦੇ ਆ। ਵਿਜ਼ਟਰ ਵੀਜ਼ਾ ਲੋਟਰੀ ਆ, ਨਿਕਲ ਗਿਆ ਨਹੀਂ ਤਾਂ ਟਰਾਈ ਅਗੇਨ, ਰਾਈਟ? ਯੈਸ, ਲੱਗੇ ਰਹੋ, ਹੈ ਨਾ, ਮਤਲਬ ਰੁਕੋ ਨਾ। ਜੀ, ਸਟੂਡੈਂਟਸ ਵਾਸਤੇ ਕੀ ਇਨਫੋਰਮੇਸ਼ਨ ਆ ਰਹੀ ਹੈ? ਸਟੂਡੈਂਟਸ ਵੀਜ਼ਾ, ਕਿਉਂਕਿ ਸਭ ਤੋਂ ਫਸਟ ਪ੍ਰਾਇੋਰਟੀ ਦੇ ਉੱਤੇ ਸਟੂਡੈਂਟਸ ਵੀਜ਼ਾ ਹੀ ਆ ਜਿਹੜੇ ਸਭ ਤੋਂ ਜ਼ਿਆਦਾ ਲੱਗਦੇ ਨੇ। ਸੋ ਇਸ ਵੇਲੇ ਉਹਦੇ ਵਿੱਚ ਕੁਝ ਚੇਂਜਸ ਆ ਰਹੇ ਨੇ, ਕੋਈ ਉਹਦੇ 'ਚ ਨਵਾਂ ਕੁਝ ਅਪਡੇਟ? ਉਹਦੇ ਵਿੱਚ ਕੋਈ ਚੇਂਜਸ ਨਹੀਂ ਆ ਰਿਹਾ। ਆਈ ਨੋ ਵੀ ਆਊਟ ਆਫ ਇੰਡੀਆ, ਹੁਣ ਜੇ ਆਪਾਂ ਇੱਥੇ ਇੰਡੀਆ ਉੱਥੇ ਥੋੜ੍ਹਾ ਜਿਹਾ ਟਫ ਹੋ ਗਿਆ ਹੈਗਾ ਸਿਚੁਏਸ਼ਨ। ਜੋ ਮੇਰੀ ਦੇਖਣ ਜਾਏ, ਜੋ ਮੈਂ ਕਿਹਾ ਸੀਗਾ ਵੀ ਔਰਵਾ ਫਾਈਲਸ ਪ੍ਰੋਸੈਸਿੰਗ ਕਰ ਰਹੀ ਹੈ ਜੋ ਇੱਥੋਂ ਕੈਨੇਡਾ ਤੋਂ ਲੱਗ ਰਹੀ ਹੈ। ਸੋ ਫਾਈਲਸ ਔਰਵਾ ਤੋਂ ਚੁੱਕੀ ਜਾ ਰਹੀ ਹੈ, ਪਰ ਜੋ ਬੈਕਗਰਾਊਂਡ ਚੈੱਕਸ ਹੈਗੇ ਆ, ਰੈਲੇਵੈਂਸੀ ਆਫ ਕੋਰਸ, ਸਾਰਾ ਕੁਝ ਚੈੱਕ ਹੋ ਰਿਹਾ, ਫੰਡਸ ਚੈੱਕ ਹੋ ਰਿਹਾ। ਪਰ ਜਿਹੜੇ ਸਟੂਡੈਂਟ ਵੀਜ਼ਾਸ ਹੈਗੇ ਆ ਉਹ ਲੱਗ ਰਹੇ ਆ, ਪਰ ਜਿੰਨੀ ਰੇਟ 'ਤੇ ਪਹਿਲਾਂ ਲੱਗ ਰਹੇ ਸੀ ਓਨੀ ਰੇਟ 'ਤੇ ਨਹੀਂ ਲੱਗ ਰਹੇ। ਥੋੜ੍ਹਾ ਜਿਹਾ ਸਲੋ ਡਾਊਨ ਹੋਇਆ। ਹਾਂਜੀ, ਯੂ ਆਰ ਵੈਲਕਮ ਜੀ, ਥੈਂਕ ਯੂ। ਡਾਕਟਰ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਪ੍ਰੀਮੀਅਰਾਂ ਤੇ ਦਬਾਅ ਪਾ ਰਹੇ ਨੇ। ਐਮਰਜੈਂਸੀ ਰੂਮ ਦੇ ਡਾਕਟਰ ਜੋ ਐਮਰਜੈਂਸੀ ਰੂਮ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਦੇ ਨੇ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰੀਮੀਅਰ ਇੱਕ ਅਜਿਹੀ ਯੋਜਨਾ ਲੈ ਕੇ ਆਉਣ ਜੋ ਹਸਪਤਾਲਾਂ ਤੇ ਕਲੀਨਿਕਾਂ ਨੂੰ ਸਟਾਫ ਦੀ ਮੌਜੂਦਾ ਘਾਟ ਦੇ ਕਾਰਨ ਬੰਦ ਹੋਣ ਨਾਲ ਨਜਿੱਠਣ ਤੋਂ ਰੋਕਦੀ ਹੈ, ਜਿਸ ਤੇ ਹੌਰਗਨ ਨੇ ਜਵਾਬ ਦਿੱਤਾ ਹੈ ਕਿ ਸਟਾਫਿੰਗ ਪੱਧਰਾਂ ਨੂੰ ਹੱਲ ਕਰਨ ਦੇ ਵਿੱਚ ਅਜੇ ਸਮਾਂ ਲੱਗੇਗਾ। ਕੈਨੇਡਾ ਭਰ ਦੇ ਵਿੱਚ ਐਮਰਜੈਂਸੀ ਰੂਮਾਂ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰੀਮੀਅਰ ਇੱਕ ਅਜਿਹੀ ਯੋਜਨਾ ਲੈ ਕੇ ਆਉਣ ਜੋ ਹਸਪਤਾਲਾਂ ਤੇ ਕਲੀਨਿਕਾਂ ਨੂੰ ਸਟਾਫ ਦੀ ਮੌਜੂਦਾ ਘਾਟ ਕਾਰਨ ਬੰਦ ਹੋਣ ਨਾਲ ਨਜਿੱਠਣ ਤੋਂ ਰੋਕ ਪਾਏ। BC ਵਿੱਚ ਇੱਕ ਡਾਕਟਰ ਨਵਦੀਪ ਗਰੇਵਾਲ ਦਾ ਕਹਿਣਾ ਹੈ ਕਿ ਜਿੰਨਾ ਲੰਬਾ ਰੋਲਿੰਗ ਬੰਦ ਰਹੇਗਾ, ਮਰੀਜ਼ ਇਲਾਜ ਲਈ ਇੰਤਜ਼ਾਰ ਕਰਨਗੇ। ਮਰੀਜ਼ਾਂ ਨੂੰ ਲੋੜੀਂਦੇ ਟੈਸਟ ਕਰਾਉਣ ਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਤੇ ਇਸ ਲਈ ਉਹਨਾਂ ਦਾ ਵਿਭਾਗ ਵਿੱਚ ਰਹਿਣਾ ਲੰਬਾ ਹੈ। ਫਿਰ ਜੇ ਉਹਨਾਂ ਨੂੰ ਦਾਖਲ ਹੋਣ ਦੀ ਜ਼ਰੂਰਤ ਹੁੰਦੀ ਹੈ ਤਾਂ ਮਰੀਜ਼ਾਂ ਨੂੰ ਬਿਹਤਰ ਮਹਿਸੂਸ ਹੋਣ ਤੋਂ ਬਾਅਦ ਉਹਨਾਂ ਦੇ ਬਿਸਤਰੇ ਤੋਂ ਛੁੱਟੀ ਮਿਲਣ ਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਕੈਨੇਡਾ ਦੇ 13 ਪ੍ਰੀਮੀਅਰ ਵਿਕਟੋਰੀਆ BC ਵਿੱਚ ਮੀਟਿੰਗ ਕਰ ਰਹੇ ਨੇ, ਜਿੱਥੇ ਸਿਹਤ ਸੰਭਾਲ ਮੁੱਖ ਚਿੰਤਾਵਾਂ ਵਿੱਚੋਂ ਇੱਕ ਹੈ। ਕੈਨੇਡੀਅਨਾਂ ਨੂੰ ਲੋੜ ਪੈਣ ਤੇ ਟੈਸਟ ਪ੍ਰਕਿਰਿਆਵਾਂ ਤੇ ਸਿਹਤ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਪ੍ਰੀਮੀਅਰਜ਼ ਉੱਚ ਗੁਣਵੱਤਾ ਤੇ ਸਮੇਂ ਸਿਰ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਨੇ ਤੇ ਕੈਨੇਡਾ ਹੈਲਥ ਟ੍ਰਾਂਸਫਰ CHT ਰਾਹੀਂ ਸੂਬਾਈ ਖੇਤਰੀ ਸਿਹਤ ਦੇਖ-ਰੇਖ ਦੀਆਂ ਲਾਗਤਾਂ ਦੇ ਆਪਣੇ ਹਿੱਸੇ ਨੂੰ 22% ਤੋਂ 35% ਤੱਕ ਵਧਾਉਣ ਲਈ ਸੰਘੀ ਸਰਕਾਰ ਲਈ ਆਪਣੀ ਸਰਬਸੰਮਤੀ ਨਾਲ ਮੰਗ ਨੂੰ ਦੁਹਰਾਉਂਦੇ ਨੇ ਅਤੇ ਸਮੇਂ ਦੇ ਨਾਲ ਇਸ ਨੂੰ ਇਸ ਪੱਧਰ ਤੇ ਬਣਾਈ ਰੱਖਣ ਲਈ ਵੀ। ਕੌਂਸਲ ਦਾ ਕਹਿਣਾ ਹੈ ਕਿ ਸੂਬੇ ਤੇ ਟੈਰੀਟਰੀਜ਼ ਲੰਬੇ ਸਮੇਂ ਦੇ ਸੁਧਾਰਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਸਿਹਤ, ਮਨੁੱਖੀ ਸਰੋਤ, ਲੰਬੇ ਸਮੇਂ ਦੀ ਦੇਖਭਾਲ, ਘਰੇਲੂ ਦੇਖਭਾਲ, ਮਾਨਸਿਕ ਸਿਹਤ ਤੇ ਪਦਾਰਥਾਂ ਦੀ ਵਰਤੋਂ, ਫਾਰਮਾਸਿਊਟੀਕਲ, ਪ੍ਰਾਇਮਰੀ ਕੇਅਰ ਤੇ ਡਿਜੀਟਲ ਤੇ ਸਰੀਰਕ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਸ਼ਾਮਿਲ ਹੈ। ਜਦੋਂ ਸਟਾਫਿੰਗ ਦੀ ਗੱਲ ਆਉਂਦੀ ਹੈ ਤਾਂ ਗਰੇਵਾਲ ਨੇ ਮੰਨਿਆ ਕਿ ਨਰਸਾਂ ਤੇ ਡਾਕਟਰਾਂ ਦੋਵਾਂ ਨੂੰ ਭਰਤੀ ਕਰਨ ਦੇ ਵਿੱਚ ਸਮਾਂ ਲੱਗੇਗਾ, ਪਰ ਇਸ ਦੌਰਾਨ ਉਹ ਮਰੀਜ਼ਾਂ ਦੀ ਦੇਖਭਾਲ ਤੇ ਪ੍ਰਭਾਵ ਨੂੰ ਘਟਾਉਣ ਦੇ ਲਈ ਇੱਕ ਪ੍ਰਭਾਵਸ਼ਾਲੀ ਯੋਜਨਾ ਦੇਖਣਾ ਚਾਹੁੰਦੇ ਨੇ। ਸਾਡੇ ਤਣਾਅ ਨੂੰ ਘਟਾਉਣ ਦੇ ਲਈ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਕੋਲ ਬੈਕਅਪ ਹੈ ਤੇ ਯਕੀਨੀ ਬਣਾਉਣਾ ਕਿ ਸਾਡੇ ਕੋਲ ਜਿੰਨੀ ਜਲਦੀ ਹੋ ਸਕੇ ਸਿਸਟਮ ਦੁਆਰਾ ਇੱਕ ਪ੍ਰਵਾਹ ਹੈ ਤਾਂ ਜੋ ਅਸੀਂ ਸਮੇਂ ਸਿਰ ਲੋਕਾਂ ਨੂੰ ਵੇਖਣਾ ਜਾਰੀ ਰੱਖ ਸਕੀਏ। ਸੋਮਵਾਰ ਨੂੰ BC ਪੀਅਰਸਨ ਜੌਨ ਹੌਰਗਨ ਜੋ ਕਿ ਫੈਡਰੇਸ਼ਨ ਦੀਆਂ ਮੀਟਿੰਗਾਂ ਦੀ ਕੌਂਸਲ ਦੀ ਮੇਜ਼ਬਾਨੀ ਕਰ ਰਹੇ ਨੇ, ਕਿਹਾ ਕਿ ਸਿਹਤ ਸੰਭਾਲ ਕਰਮਚਾਰੀ ਦੀ ਭਰਤੀ ਤੇ ਬਰਕਰਾਰ ਦੇਸ਼ ਭਰ ਦੇ ਵਿੱਚ ਇੱਕ ਚੁਣੌਤੀ ਹੈ ਤੇ ਅਸੀਂ ਇਸ ਤੇ ਵਿਚਾਰ ਕਰਾਂਗੇ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਲੇਸ਼ਨ ਦਾ ਡਾਟਾ ਦਰਸਾਉਂਦਾ ਹੈ ਕਿ ਪੂਰੇ ਕੈਨੇਡਾ ਦੇ ਵਿੱਚ ਦਾਖਲ ਮਰੀਜ਼ਾਂ ਨੇ 2019-2020 ਦੇ ਵਿੱਚ ਐਮਰਜੈਂਸੀ ਰੂਮਾਂ ਦੇ ਵਿੱਚ 38.3 ਘੰਟੇ ਦੀ ਉਡੀਕ ਕੀਤੀ, ਜੋ ਕਿ 5 ਸਾਲ ਪਹਿਲਾਂ 29.3 ਘੰਟੇ ਸੀ।
ਉਸ ਸਮੇਂ ਦੌਰਾਨ ਮੁਲਾਕਾਤਾਂ ਦੀ ਕੁੱਲ ਗਿਣਤੀ ਲਗਭਗ 1.6 ਮਿਲੀਅਨ ਹੋ ਗਈ, ਜੋ ਕਿ ਸਿਰਫ 1.1 ਮਿਲੀਅਨ ਤੋਂ ਵੱਧ ਹੈ। ਇਹ ਅੰਕੜੇ 90% ਮਰੀਜ਼ਾਂ ਤੇ ਲਾਗੂ ਹੁੰਦੇ ਨੇ ਤੇ ਕੈਨੇਡੀਅਨ ਐਸੋਸੀਏਸ਼ਨ ਆਫ ਐਮਰਜੈਂਸੀ ਫਿਜ਼ੀਸ਼ੀਅਨ ਦੇ ਨਾਲ ਡਾਕਟਰ ਅਤੁਲ ਕਪੂਰ ਨੇ ਕਿਹਾ ਕਿ 10% ਨੇ ਹੋਰ ਵੀ ਇੰਤਜ਼ਾਰ ਕੀਤਾ, ਜਦਕਿ ਹੌਰਗਨ ਨੇ ਕਿਹਾ ਕਿ ਸਟਾਫਿੰਗ ਪੱਧਰਾਂ ਨੂੰ ਹੱਲ ਕਰਨ ਦੇ ਵਿੱਚ ਸਮਾਂ ਲੱਗੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਦੇ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਜੂਨ ਦੇ ਵਿੱਚ ਇੱਕ ਹੋਰ ਗਿਰਾਵਟ ਦੇਖਣ ਨੂੰ ਮਿਲੀ ਹੈ। BC ਰੀਅਲ ਏਸਟੇਟ ਐਸੋਸੀਏਸ਼ਨ ਦੇ ਮੁਤਾਬਕ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ ਘਰਾਂ ਦੀ ਵਿਕਰੀ ਦੇ ਵਿੱਚ 35.7% ਦੀ ਗਿਰਾਵਟ ਨਜ਼ਰ ਆਈ, ਜੋ ਕਿ ਡਰਾਈਵਿੰਗ ਕਾਰਨ ਵਜੋਂ ਉੱਚ ਮੌਰਗੇਜ ਦਰਾਂ ਦੇ ਵੱਲ ਇਸ਼ਾਰਾ ਕਰਦੀ ਹੈ। BCREA ਦੇ ਮੁੱਖ ਅਰਥਸ਼ਾਸਤਰੀ ਨੇ ਕਿਹਾ, ਜਦੋਂ ਕਿ ਅਜੇ ਵੀ ਵੱਧ ਰਹੀ ਆਰਥਿਕਤਾ ਤੇ ਮਜ਼ਬੂਤ ਆਬਾਦੀ ਵਾਧਾ ਮੰਗ ਵੱਲ ਇਸ਼ਾਰਾ ਕਰਦੀ ਹੈ ਤਾਂ ਮੌਜੂਦਾ ਵਿਆਜ ਦਰਾਂ ਤੇ ਉਸ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਪੂਰੇ ਸੂਬੇ ਦੇ ਵਿੱਚ ਖਾਸ ਕਰਕੇ ਵਧੇਰੇ ਮਹਿੰਗਾਈ ਬਾਜ਼ਾਰਾਂ ਦੇ ਵਿੱਚ ਵਿਕਰੀ ਦੀ ਗਤੀਵਿਧੀ ਹੌਲੀ ਹੁੰਦੀ ਜਾ ਰਹੀ ਹੈ। ਜਦੋਂ ਕਿ ਵਿਕਰੀ ਘਟੀ ਤਾਂ BCREA ਨੋਟ ਕਰਦਾ ਹੈ ਕਿ ਜੂਨ 2021 ਤੋਂ ਜੂਨ 2022 ਦੇ ਵਿਚਕਾਰ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪਿਛਲੇ ਮਹੀਨੇ ਔਸਤ MLS ਕੀਮਤ $9,51,105 ਤੇ ਬੈਠ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 4.6% ਦੇ ਵਾਧੇ ਦਰਸਾਉਂਦੀ ਹੈ। ਇਸ ਦੌਰਾਨ ਸੂਬਾਈ ਸਰਗਰਮ ਸੂਚੀਆਂ ਲਗਾਤਾਰ ਦੂਜੇ ਮਹੀਨੇ ਲਈ ਸਾਲ ਦਰ ਸਾਲ ਜਿਹੜੀਆਂ ਨੇ ਉਹ ਵਧੀਆਂ। BCREA ਦਾ ਕਹਿਣਾ ਹੈ ਕਿ ਜੂਨ ਦੇ ਵਿੱਚ 2022 ਵਿੱਚ ਸੂਚੀਆਂ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16.4% ਵੱਧ ਸਨ। BCREA ਦੇ ਤਾਜ਼ਾ ਅੰਕੜੇ ਰੀਅਲ ਏਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਦੁਆਰਾ ਜੂਨ ਲਈ ਘਰਾਂ ਦੀ ਵਿਕਰੀ ਵਿੱਚ ਗਿਰਾਵਟ ਦੀ ਰਿਪੋਰਟ ਤੋਂ ਬਾਅਦ ਆਈਆਂ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ REBGV ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ ਜੂਨ 2022 ਵਿੱਚ ਪੂਰੇ ਖੇਤਰ ਦੇ ਵਿੱਚ ਘਰਾਂ ਦੀ ਵਿਕਰੀ ਦੇ ਵਿੱਚ 35% ਦੀ ਗਿਰਾਵਟ ਆਈ ਹੈ। ਇਹ ਇੱਕ ਮਹੀਨੇ ਪਹਿਲਾਂ ਦੇ ਮੁਕਾਬਲੇ 16.2% ਘੱਟ ਸੀ। ਇਸ ਦੌਰਾਨ ਕੁੱਲ ਵਿਕਰੀ ਜੂਨ ਦੇ ਵਿੱਚ 10 ਸਾਲ ਦੀ ਔਸਤ ਤੋਂ 23.3% ਘੱਟ ਸੀ। ਇੱਕ ਵੱਖਰੇ ਘਰ ਦੇ ਲਈ ਬੈਂਚਮਾਰਕ ਕੀਮਤ $2,58,600 ਤੇ ਬੈਠ ਕੇ ਵਧੀ। REBGV ਨੇ ਕਿਹਾ ਹੈ ਕਿ ਜੂਨ 2021 ਤੇ 13.4% ਦਾ ਵਾਧਾ ਦਰਸਾਉਂਦੀ ਹੈ ਤੇ ਮਈ 2022 ਦੇ ਮਹੀਨੇ ਪਹਿਲਾਂ ਨਾਲੋਂ 1.7% ਦੀ ਕਮੀ ਆਈ। ਫਾਲ ਰੁੱਤ ਦੇ ਵਿੱਚ ਬੂਸਟਰਾਂ ਦੇ ਨਾਲ ਆਪਣਾ ਕੰਮ ਜਾਰੀ ਰੱਖੇਗੀ। ਸੂਬਾ ਸਰਕਾਰ ਦੇ ਵੱਲੋਂ ਆਪਣੀ COVID-19 ਟੀਕਾਕਰਨ ਦੀ ਯੋਜਨਾ ਦੇ ਅਗਲੇ ਕਦਮ ਵਜੋਂ ਫਾਲ ਬੂਸਟਰ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। BC COVID-19 ਟੀਕਾਕਰਨ ਰਣਨੀਤੀ ਨੇ ਲੋਕਾਂ ਨੂੰ ਇਸ ਵਾਇਰਸ ਦੇ ਨਾਲ ਜੁੜੀ ਗੰਭੀਰ ਬਿਮਾਰੀ ਤੋਂ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕੀਤੀ ਹੈ। 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਇੱਕ ਬੂਸਟਰ ਖੁਰਾਕ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। BC ਦੇ ਲੋਕ ਅਗਲੀ COVID-19 ਵੈਕਸੀਨ ਖੁਰਾਕ ਦੀ ਉਡੀਕ ਕਰ ਸਕਦੇ ਨੇ, ਕਿਉਂਕਿ ਸੂਬਾ ਆਪਣੇ COVID-19 ਟੀਕਾ ਯੋਜਨਾ ਦੇ ਅਗਲੇ ਕਦਮ ਵਜੋਂ ਫਾਲ ਬੂਸਟਰ ਪ੍ਰੋਗਰਾਮ ਦਾ ਐਲਾਨ ਕਰ ਰਿਹਾ ਹੈ। BC ਦੀ COVID-19 ਯੋਜਨਾ ਰਣਨੀਤੀ ਨੇ ਲੋਕਾਂ ਨੂੰ ਇਸ ਵਾਇਰਸ ਨਾਲ ਜੁੜੀ ਗੰਭੀਰ ਬਿਮਾਰੀ ਤੋਂ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕੀਤੀ ਹੈ। ਪਤਝੜ ਤੇ ਸਰਦੀਆਂ ਦੇ ਵਿੱਚ ਸਾਹ ਦੀ ਬਿਮਾਰੀ ਦਾ ਮੌਸਮ ਨੇੜੇ ਆਉਣ ਦੇ ਨਾਲ ਸੂਬਾ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਇੱਕ ਬੂਸਟਰ ਖੁਰਾਕ ਦੀ ਪੇਸ਼ਕਸ਼ ਕਰ ਰਿਹਾ ਹੈ ਤੇ ਇਹਨਾਂ ਮੁਸ਼ਕਲ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਸਥਾਈ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ ਤੇ ਜਦੋਂ ਸਾਹ ਦੀ ਇਨਫੈਕਸ਼ਨ ਵੱਧ ਜਾਂਦੀ ਹੈ, ਖਾਸ ਕਰਕੇ ਉਸ ਸਮੇਂ ਦੇ ਵਿੱਚ। ਇਸ ਸੰਬੰਧੀ ਪਬਲਿਕ ਹੈਲਥ ਦੀ ਸਲਾਹ ਹੈ ਕਿ ਹਰੇਕ ਨੂੰ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਵਧਾਉਣ ਦੇ ਲਈ ਜਿੰਨੀ ਜਲਦੀ ਹੋ ਸਕੇ ਆਪਣੀ ਪਹਿਲੀ ਬੂਸਟਰ ਖੁਰਾਕ ਲੈਣੀ ਚਾਹੀਦੀ ਹੈ। ਸੂਬੇ ਨੇ ਪਹਿਲੀ ਵਾਰ ਅਕਤੂਬਰ 2021 ਦੇ ਵਿੱਚ ਇੱਕ ਬੂਸਟਰ ਪ੍ਰੋਗਰਾਮ ਸ਼ੁਰੂ ਕੀਤਾ। ਉਦੋਂ ਤੋਂ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੇ ਆਪਣੀ ਬੂਸਟਰ ਖੁਰਾਕ ਲਈ, ਪਰ ਲਗਭਗ 1.3 ਮਿਲੀਅਨ ਵਿਅਕਤੀਆਂ ਨੂੰ ਅਜੇ ਵੀ ਅਜਿਹਾ ਕਰਨ ਦੀ ਲੋੜ ਹੈ। ਅਪ੍ਰੈਲ 2022 ਤੋਂ ਇੱਕ ਦੂਜੀ ਬੂਸਟਰ ਖੁਰਾਕ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਲੌਂਗ ਟਰਮ ਸਹੂਲਤਾਂ ਦੇ ਵਿੱਚ ਰਹਿ ਰਹੇ ਲੋਕਾਂ, 70 ਸਾਲ ਤੋਂ ਵੱਧ ਉਮਰ ਦੇ ਲੋਕਾਂ, 55 ਸਾਲ ਤੋਂ ਵੱਧ ਉਮਰ ਦੇ ਮੂਲ ਵਾਸੀ ਲੋਕਾਂ ਤੇ ਹਰ ਉਮਰ ਦੇ ਲੋਕ ਜੋ ਇਮਿਊਨੋ ਸਪਰੈਡਸ ਨੇ, ਇਹ ਯਕੀਨੀ ਬਣਾਉਣ ਲਈ ਕਿ ਇਹਨਾਂ ਨੂੰ COVID-19 ਦੇ ਮਾੜੇ ਨਤੀਜਿਆਂ ਤੋਂ ਸੁਰੱਖਿਆ ਮਿਲੇ। ਇਸ ਸੰਬੰਧੀ NACI ਇਹ ਵੀ ਸਿਫਾਰਿਸ਼ ਕਰਦਾ ਹੈ ਕਿ ਸਾਰੇ ਪਤਝੜ ਰੁੱਤ ਦੇ ਬੂਸਟਰ ਟੀਕੇ ਪਿਛਲੇ ਟੀਕੇ ਤੋਂ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਬਾਅਦ ਲਗਾਉਣੇ ਚਾਹੀਦੇ ਨੇ। ਟੀਕਾਕਰਨ ਤੇ ਰਾਸ਼ਟਰੀ ਸਲਾਹਕਾਰ ਕਮੇਟੀ NACI ਦੀ ਸਭ ਤੋਂ ਤਾਜ਼ਾ ਸਿਫਾਰਿਸ਼ ਹੈ ਕਿ ਗੰਭੀਰ ਬਿਮਾਰੀ ਦੇ ਵਧੇ ਹੋਏ ਜੋਖਮ ਵਾਲੇ ਲੋਕਾਂ ਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਫਾਲ ਰੁੱਤ ਦੇ ਵਿੱਚ ਇੱਕ ਬੂਸਟਰ ਟੀਕਾ ਲਗਾਉਣਾ ਚਾਹੀਦਾ ਹੈ। 12 ਤੇ 64 ਸਾਲ ਦੇ ਵਿਚਕਾਰ ਵਾਲੇ ਹੋਰ ਸਾਰੇ ਵਿਅਕਤੀਆਂ ਦੇ ਲਈ ਵੀ NACI ਅਤੇ ਸੂਬਾ ਫਾਲ ਰੁੱਤ ਦੇ ਵਿੱਚ ਇੱਕ ਬੂਸਟਰ ਲਗਵਾਉਣ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹੈਲਥ ਕੈਨੇਡਾ ਤੇ NACI ਨੇ COVID-19 ਵੈਕਸੀਨਾਂ ਦੇ ਨਵੇਂ ਸੰਸਕਰਨਾਂ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਓਮਿਕਰੋਨ ਵੈਰੀਐਂਟ ਦੇ ਲਈ ਅਨੁਕੂਲਿਤ ਕੀਤੇ ਗਏ ਨੇ। ਸੂਬੇ ਨੂੰ ਉਮੀਦ ਹੈ ਕਿ ਇਹ ਟੀਕੇ BC ਵਿੱਚ ਲੋਕਾਂ ਲਈ
ਫਾਲ ਰੁੱਤ ਦੇ ਵਿੱਚ ਉਪਲਬਧ ਹੋਣਗੇ। ਹਾਲਾਂਕਿ ਟੀਕਾਕਰਨ ਦੇ ਉੱਚ ਪੱਧਰਾਂ ਨਾਲ ਹਾਲ ਹੀ ਦੇ ਵਿੱਚ ਕੇਸਾਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ, ਪਰ ਕੋਵਿਡ-19 ਅਜੇ ਵੀ BC ਦੇ ਵਿੱਚ ਸਾਰੇ ਭਾਈਚਾਰਿਆਂ ਦੇ ਵਿੱਚ ਫੈਲ ਰਿਹਾ ਹੈ। ਵਾਇਰਸ ਕਿਵੇਂ ਵਿਵਹਾਰ ਕਰਦਾ ਹੈ, ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ, BC ਦੀ ਸਿਹਤ ਸੰਭਾਲ ਪ੍ਰਣਾਲੀਆਂ ਤੇ ਭਾਈਚਾਰਿਆਂ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਸਲਾਹ ਪ੍ਰਦਾਨ ਕਰਨਾ ਜਾਰੀ ਰੱਖਣ ਲਈ ਜਨਤਕ ਸਿਹਤ ਇਸ ਗੱਲ ਦੇ ਨੇੜਿਓਂ ਨਜ਼ਰ ਰੱਖ ਰਹੀ ਹੈ। ਇਸ ਲਈ ਪਤਝੜ ਰੁੱਤ ਦੇ ਵਿੱਚ ਬੂਸਟਰ ਟੀਕੇ ਦੀ ਸਿਫਾਰਿਸ਼ ਸਾਰਿਆਂ ਨੂੰ ਕੀਤੀ ਜਾਂਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿੱਥੇ ਅੱਗੇ ਦੇਖਦੇ ਹਾਂ ਅਹਿਮ ਮੁੱਦੇ ਤੇ ਆਧਾਰਿਤ ਗੱਲ ਅੱਜ ਦੀ। ਪਿਛਲੇ ਦਿਨਾਂ ਦੇ ਵਿੱਚ ਰੋਜਰਸ ਦੀਆਂ ਸਰਵਿਸਿਜ਼ ਬੰਦ ਰਹੀਆਂ। ਕੈਨੇਡਾ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਫੋਨ ਬਿਲਕੁਲ ਬੰਦ ਹੋਵੇ, ਇੰਟਰਨੈਟ ਬੰਦ ਹੋ ਗਿਆ, ਨਾ ਬੈਂਕਾਂ ਦੇ ਵਿੱਚ ਕੰਮ ਹੋ ਰਿਹਾ ਸੀ, ਨਾ ਕਿਤੇ ਤੁਸੀਂ ਕਾਰਡ ਨਾਲ ਪੇ ਕਰਦੇ ਸੀ। ਕਈ ਥਾਵਾਂ ਦੇ ਉੱਤੇ ਲੋਕਾਂ ਦੀ 911 ਕਾਲ ਹੀ ਸੀ ਮਿਲ ਰਹੀ ਤੇ ਕਈ ਲੋਕਾਂ ਦੀ ਮੌਤ ਹੋ ਗਈ। 911 ਕਾਲ ਨਾ ਹੋਣ ਕਰਕੇ ਹਾਰਟ ਅਟੈਕ ਹੋ ਗਏ ਤੇ ਉਹ ਪਹੁੰਚ ਨਹੀਂ ਸਕੇ। ਮਤਲਬ ਪੂਰਾ ਸਿਸਟਮ ਹਿੱਲ ਗਿਆ। ਪਹਿਲੀ ਵਾਰ ਸ਼ਾਇਦ ਇੰਨਾ ਕੁਛ ਹੋਇਆ ਕਿ ਇੰਨੇ ਲੰਬੇ ਸਮੇਂ ਦੇ ਲਈ ਲੋਕਾਂ ਦੇ ਫੋਨ ਬੰਦ ਰਹੇ ਹੋਣ। ਕੈਨੇਡਾ ਇੱਕ ਬਹੁਤ ਵਿਕਸਿਤ ਦੇਸ਼ ਆ ਤੇ ਪਰ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਜੇਕਰ ਇੰਨੇ ਲੰਬੇ ਸਮੇਂ ਦੇ ਲਈ ਫੋਨ ਬੰਦ ਰਹਿ ਜਾਣ ਤਾਂ ਸਾਰਾ ਕੁਝ ਅਸਤ ਵਿਅਸਤ ਹੋ ਜਾਂਦਾ ਤੇ ਕੈਨੇਡਾ ਦੇ ਵਿੱਚ ਇਹੀ ਕੁਝ ਹੋਇਆ। ਹੁਣ ਉਹ ਗੱਲਬਾਤ ਤਾਂ ਠੀਕ ਹੋ ਗਈ ਆ ਪਰ ਇਹ ਚਰਚਾ ਅਜੇ ਨਹੀਂ ਰੁਕ ਰਹੀ। ਕੈਨੇਡਾ ਦੇ ਜਿਹੜੇ ਇੰਡਸਟਰੀ ਮਿਨਿਸਟਰ ਨੇ ਫ੍ਰਾਂਸਵਾ ਫਿਲਿਪ ਸ਼ੈਂਪੇਨ, ਉਹਨਾਂ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੂੰ ਇਹ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਕੋਲ ਕੋਈ ਪਲਾਨ ਹੋਣਾ ਚਾਹੀਦਾ ਵੀ ਕੱਲ੍ਹ ਨੂੰ ਫੇਰ ਇੰਟਰਨੈਟ ਬੰਦ ਹੋ ਜਾਵੇ, ਫੋਨ ਬੰਦ ਹੋ ਜਾਣ ਤਾਂ ਤੁਸੀਂ ਕਰੋਗੇ ਕੀ। ਵੀ ਕੈਨੇਡਾ ਦੇ ਵਿੱਚ ਸਾਰਾ ਕੁਝ ਹੀ ਬੰਦ ਹੋ ਗਿਆ। ਰੋਜਰਸ ਦਾ ਜਿਨ੍ਹਾਂ ਦੇ ਨਾਲ ਟਾਈ ਅਪ ਸੀਗਾ, ਜਿਹੜੇ ਇਹਦੇ ਨਾਲ ਚੱਲਦੇ ਸੀ, ਉਹਨਾਂ ਸਾਰੀਆਂ ਵੈਬਸਾਈਟ ਸਾਰਾ ਕੁਝ ਹੀ ਬੰਦ ਹੋ ਗਿਆ। ਤੇ ਹੁਣ ਮਿਨਿਸਟਰ ਨੇ ਇਹਨਾਂ ਸਾਰੀਆਂ ਕੰਪਨੀਆਂ ਨੂੰ ਕਿਹਾ ਵੀ ਤੁਸੀਂ ਇਸ ਗੱਲ ਨੂੰ ਯਕੀਨੀ ਬਣਾਓ ਵੀ ਕੱਲ੍ਹ ਨੂੰ ਇੱਦਾਂ ਨਾ ਹੋਵੇ ਤੇ ਜੇ ਇੱਦਾਂ ਹੋ ਜਾਂਦਾ ਆ ਤੇ ਇਹ ਕੰਪਨੀਆਂ ਇੱਕ ਦੂਜੇ ਦੀ ਮਦਦ ਕਰਨ ਤੇ ਲੋਕਾਂ ਨੂੰ ਸਰਵਿਸਿਜ਼ ਬਕਾਇਦਾ ਮਿਲਣ। ਕਿ ਤੁਸੀਂ ਕਿਸੇ ਕੋਲੋਂ ਹੈਲਪ ਲੈਂਦੇ ਆ ਦੂਜੀ ਕੰਪਨੀ ਕੋਲੋਂ ਜਾਂ ਦੂਜੀ ਕੰਪਨੀ ਤੀਜੀ ਕੋਲੋਂ, ਲੋਕਾਂ ਨੂੰ ਸਰਵਿਸਿਜ਼ ਮਿਲਣੀਆਂ ਚਾਹੀਦੀਆਂ। ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰੋਜਰਸ ਸ਼ੁੱਕਰਵਾਰ ਨੂੰ ਮੋਬਾਈਲ, ਇੰਟਰਨੈਟ, ਕੇਬਲ ਸਾਰਾ ਕੁਝ ਮਤਲਬ ਕਈ ਲੱਖ ਕੈਨੇਡੀਅਨਸ ਦੇ ਉੱਤੇ ਅਸਰ ਪਿਆ ਸੀ। ਜਿਹੜਾ ਲੋਕਾਂ ਨੇ ਡੈਬਿਟ ਕਾਰਡ ਦੇ ਉੱਤੋਂ ਪੇਮੈਂਟ ਕਰਨੀ ਸੀ ਉਹ ਵੀ ਬੰਦ ਹੋ ਗਈ ਸੀ। ਇੰਡਸਟਰੀ ਮਿਨਿਸਟਰ ਨੇ ਟੈਲੀਕਾਮ ਕੰਪਨੀਆਂ ਦੇ ਮੁਖੀਆਂ ਦੇ ਨਾਲ ਕਹਿੰਦੇ ਸੀ ਮੀਟਿੰਗ ਕਰਨੀ ਆ। ਇਹ ਚਰਚਾ ਚੱਲਦੀ ਸੀ ਕਿ ਉਹ ਇਹਨਾਂ ਨੂੰ ਕੁਛ ਨਾ ਕੁਛ ਕਹਿਣਗੇ ਜਾਂ ਪੁੱਛਣਗੇ ਘੱਟੋ ਘੱਟ ਵੀ ਇਹ ਹੋਇਆ ਕੀ ਆ। ਤੇ ਹੁਣ ਦੱਸਦੇ ਆ ਕਿ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਕਿ ਜੋ ਮਰਜ਼ੀ ਕਰੋ, ਜਿੱਦਾਂ ਮਰਜ਼ੀ ਹੋਵੇ, ਪਰ ਇਹ ਸਮੱਸਿਆ ਦੁਬਾਰਾ ਨਹੀਂ ਹੋਣੀ ਚਾਹੀਦੀ। ਇੱਕ ਕੰਪਨੀ ਜਿਹੜੀ ਮੰਨ ਲਓ ਉਹਦਾ ਸਾਰਾ ਕੁਝ ਖਰਾਬ ਵੀ ਹੋ ਜਾਵੇ ਤਾਂ ਉਹ ਦੂਜੀ ਕੰਪਨੀਆਂ ਉਹਦੀ ਮਦਦ ਕਰਨ ਜਾਂ ਉਹ ਉਹਨਾਂ ਕੋਲੋਂ ਮਦਦ ਲਵੇ। ਇਹਦੇ ਲਈ ਤੁਸੀਂ ਆਪਸ ਦੇ ਵਿੱਚ ਬੈਠ ਕੇ ਐਗਰੀਮੈਂਟ ਕਰੋ। ਇਹ ਗੱਲ ਹਜੇ ਵੀ ਰੌਲੇ ਗੋਲੇ ਦੇ ਵਿੱਚ ਹੀ ਹੈ ਕਿ ਰੋਜਰ ਨੇ ਸਪਸ਼ਟ ਹੀ ਨਹੀਂ ਕੀਤੀ ਵੀ ਹੋਇਆ ਕੀ ਸੀ, ਕਿਉਂ ਇਹ ਸਾਰਾ ਕੁਝ ਵਾਪਰਿਆ। ਨੈਟਵਰਕ ਇੰਨਾ ਜ਼ਿਆਦਾ ਜਿਹੜਾ ਕਿਉਂ ਦੱਸਦੇ ਆ ਕਿ ਮੇਨਟੇਨੈਂਸ ਅਪਡੇਟ ਸੀਗੀ, ਉਹਦੇ ਵਿੱਚ ਇੱਕ ਗੜਬੜੀ ਹੋ ਗਈ ਤੇ ਉਹਦੇ ਕਰਕੇ ਹੋ ਗਈ, ਪਰ ਬਹੁਤੀ ਡਿਟੇਲ ਨਹੀਂ ਦਿੱਤੀ ਗਈ। ਤੇ ਮਿਨਿਸਟਰ ਸ਼ੈਂਪੇਨ ਨੇ ਇਹ ਵੀ ਕਿਹਾ ਆ ਕਿ ਇਹਦੀ ਨੈਟਵਰਕ ਦੇ ਵਿੱਚ ਗੜਬੜੀ ਦੀ ਜਾਂਚ ਕੀਤੀ ਜਾਊਗੀ। CRTC ਨੇ ਜਾਂਚ ਸ਼ੁਰੂ ਕਰਨ ਦੀ ਯੋਜਨਾ ਦੀ ਹਜੇ ਪੁਸ਼ਟੀ ਨਹੀਂ ਕੀਤੀ। ਟੈਲੀਕਾਮ ਕੰਪਨੀਆਂ ਨੂੰ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੇ ਦੇ ਦਿੱਤੇ ਕਿ 2 ਮਹੀਨਿਆਂ ਦੇ ਵਿੱਚ ਆਪਣਾ ਕੋਈ ਇੱਦਾਂ ਦਾ ਪਲਾਨ ਤਿਆਰ ਕਰ ਲਓ ਜਿਹਦੇ ਨਾਲ ਜੇ ਫਿਊਚਰ ਦੇ ਵਿੱਚ ਇੱਦਾਂ ਦੀ ਕੋਈ ਗੜਬੜੀ ਆ ਗਈ ਜਿਹਨੂੰ ਕਿ ਮੇਨਟੇਨੈਂਸ ਇੱਕ ਫਾਲਟ ਕਿਹਾ ਜਾ ਰਿਹਾ, ਅਪਡੇਟ ਕਰ ਰਹੇ ਸੀ, ਕਿ ਮੰਨ ਲਓ ਕੱਲ੍ਹ ਨੂੰ ਇੱਦਾਂ ਦਾ ਆ ਜਾਂਦਾ ਤੇ ਤੁਸੀਂ ਉਹਦੇ ਵਿੱਚ ਕਰਨਾ ਕੀ ਆ, ਘੱਟੋ ਘੱਟ ਤੁਹਾਡੇ ਕੋਲ ਇੱਕ ਦੂਜੇ ਦੀ ਮਦਦ ਤਾਂ ਹੋਵੇ। ਵੀ ਘੱਟੋ ਘੱਟ ਕੋਈ ਬੰਦਾ, ਇੱਕ ਉਹਨਾਂ ਨੇ ਕਿਹਾ ਵੀ ਜਿਹੜੀ ਗੱਲ ਖਾਸ ਤੌਰ 'ਤੇ ਯਕੀਨੀ ਬਣਾਈ ਜਾਵੇ ਵੀ ਕੋਈ ਵੀ ਵਿਅਕਤੀ 911 ਤੋਂ ਵਾਂਝਾ ਨਾ ਰਹੇ, ਘੱਟੋ ਘੱਟ ਉਹ 911 ਤੇ ਕਾਲ ਕਰਨ ਦੇ ਯੋਗ ਹੋਵੇ। ਇੰਨੀਆਂ ਕੁ ਸਰਵਿਸਿਜ਼ ਤੁਹਾਨੂੰ ਦੇਣੀਆਂ ਚਾਹੀਦੀਆਂ। ਹੁਣ ਇਹ ਕੰਪਨੀਆਂ ਇਕੱਠੀਆਂ ਹੋ ਕੇ ਕੋਈ ਪ੍ਰੋਟੋਕੋਲ ਤਿਆਰ ਕਰਦੀਆਂ, ਇੱਕ ਦੂਜੇ ਦੀ ਮਦਦ ਕਰਨ ਵਾਲੇ ਕਰਦੀਆਂ, ਜਾਂ ਜੇ ਇੱਕ ਕੰਪਨੀ ਦੇ ਵਿੱਚ ਕੁਝ ਗਲਤ ਹੁੰਦਾ ਉਹ ਦੂਜੀ ਕੰਪਨੀ ਨੂੰ ਦੱਸਦੀਆਂ ਕਿ ਨਹੀਂ ਦੱਸਦੀਆਂ, ਇਹ ਗੱਲ ਹੈਗੀ ਆ। ਪਰ ਮਿਨਿਸਟਰ ਨੇ ਇੱਕ ਬਹੁਤ ਜਿਹੜਾ ਇਹ ਚੰਗਾ ਸ਼ੁਰੂਆਤੀ ਕਦਮ ਦੱਸਿਆ। ਲੋਕ ਵੀ ਇਹਦੇ ਬਾਰੇ ਮੰਗ ਕਰ ਰਹੇ ਆ ਕਿ ਘੱਟੋ ਘੱਟ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਆ ਕਿ ਇਹਦੇ ਵਿੱਚ ਕੀ ਕਰਨਾ ਆ। ਵੱਖ-ਵੱਖ ਪਾਰਟੀਆਂ ਜਿਹੜੀਆਂ ਉਹ ਵੀ ਇਹਦੇ ਬਾਰੇ ਗੱਲਬਾਤ ਕਹਿ ਰਹੀਆਂ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਕੰਜ਼ਰਵੇਟਿਵ ਪਾਰਟੀ ਉਹਨਾਂ ਨੇ ਮੰਗ ਕੀਤੀ ਹੈ ਕਿ ਵੱਡੇ ਪੱਧਰ ਦੇ ਉੱਤੇ ਇਹਦੀ ਜਾਂਚ ਕਰਾਓ, ਕਿ ਇਹਦੀ ਇੱਕ ਇੰਡਸਟਰੀ ਐਂਡ ਟੈਕਨੋਲੋਜੀ ਕਮੇਟੀ ਬਣਾਈ ਜਾਓ ਤੇ ਉਹ ਜਿਹੜੀ ਹੈ ਇਹਦੀ ਜਾਂਚ ਕਰੇ ਵੀ ਹੋਇਆ ਕੀ ਆ। NDP ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਵੀ ਜਿਹੜੀਆਂ ਵੀ ਕੰਪੀਟੀਸ਼ਨ ਹੋਣਾ ਚਾਹੀਦਾ, ਦੂਜੀਆਂ ਕੰਪਨੀਆਂ ਵੀ ਆਉਣਾ ਚਾਹੀਦੀਆਂ ਇੱਥੇ। NDP ਦੇ ਆਗੂ ਜਗਵੀਰ ਸਿੰਘ ਹੋਣਾ ਨੇ ਵੀ ਇਹ ਗੱਲਬਾਤ ਕਹੀ ਆ। ਸੋ ਇਸ ਵੇਲੇ ਜਿੱਦਾਂ ਸਰਕਾਰ ਬਾਕੀ ਚੀਜ਼ਾਂ ਦੇ ਵਿੱਚ ਕੁਝ ਪੈਰਾਮੀਟਰ ਫਿਕਸ ਕਰਦੀ ਆ, ਕੁਝ ਮਾਪਦੰਡ ਤੈਅ ਕਰਦੀ ਆ, ਉਸੇ ਤਰੀਕੇ ਦੇ ਨਾਲ ਟੈਲੀਕਾਮ ਸੈਕਟਰ ਦੇ ਵਿੱਚ ਵੀ ਕੁਝ ਇੱਦਾਂ ਦੇ ਰੈਗੂਲੇਸ਼ਨਸ ਹੋਣੀਆਂ ਚਾਹੀਦੀਆਂ। ਲੋਕਾਂ ਨੂੰ ਬਿਹਤਰ ਸਰਵਿਸਿਜ਼ ਮਿਲਣੀਆਂ ਚਾਹੀਦੀਆਂ। ਕੁਝ ਥਾਵਾਂ ਦੇ ਉੱਤੇ ਰੋਜਰਸ ਦੇ ਖਿਲਾਫ ਜਿਹੜੇ ਕਲਾਸ ਐਕਸ਼ਨ ਲਾ ਸੂਟ ਆ, ਮੁਕੱਦਮੇ ਵੀ ਦਰਜ ਹੋ ਗਏ ਆ ਵੀ ਜਿਹੜੀ ਉਹਨਾਂ ਨੇ ਕੰਪਨੀ ਨੇ
ਕੈਨੇਡਾ ਦੇ ਵਿੱਚ ਲੋਕਾਂ ਦੇ ਜਿਹੜੇ ਉਹਨਾਂ ਦੇ ਪ੍ਰੋਟੈਕਸ਼ਨ ਸੀਗੀ, ਕੰਜ਼ਿਊਮਰ ਪ੍ਰੋਟੈਕਸ਼ਨ ਸੀਗੀ, ਉਹਦੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਆ। ਹਾਲਾਂਕਿ ਰੋਜਰਸ ਕਹਿ ਰਿਹਾ ਕਿ ਅਸੀਂ ਇਹਨੂੰ ਕੰਪਨਸੇਟ ਕਰਾਂਗੇ ਲੋਕਾਂ ਨੂੰ। ਇਹ ਵੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਲੋਕਾਂ ਨੂੰ ਕੁਝ ਗਲਤ ਮੈਸੇਜ ਆ ਰਹੇ ਆ ਉਹਨਾਂ ਤੋਂ ਵੀ ਬਚੋ। ਪਰ ਫਿਰ ਵੀ ਇੱਕ ਵੱਡੀ ਸਮੱਸਿਆ ਇਸ ਵੇਲੇ ਕਿ ਅੱਜ ਜੇਕਰ ਰੋਜਰਸ ਦੇ ਨਾਲ ਪੂਰੀ ਦਾ ਪੂਰਾ ਕੈਨੇਡਾ ਖੜਾ ਹੋ ਗਿਆ ਤੇ ਕੱਲ੍ਹ ਨੂੰ ਕੁਝ ਹੋਰ ਹੋ ਜਾਵੇ ਤਾਂ ਫਿਰ ਉਹਦਾ ਆਲਟਰਨੇਟਿਵ ਪਲਾਨ ਕੀ ਆ, ਇਹਦੇ ਬਾਰੇ ਵੀ ਸਵਾਲ ਜਿਹੜੇ ਆ ਇਸ ਵੇਲੇ ਉੱਠ ਰਹੇ ਆ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।